ਆਪਾਂ ਕਾਸਟ ਅਕਾਊਂਟਿੰਗ ਦਾ ਚੈਪਟਰ ਸਟਾਰਟ ਕਰਨ ਜਾ ਰਹੇ ਹਾਂ ਪ੍ਰੋਸੈਸ ਕਾਸਟਿੰਗ। ਪ੍ਰੋਸੈਸ ਕਾਸਟਿੰਗ ਕੀ ਹੈ? ਦੇਖੋ, ਜਦੋਂ ਵੀ ਆਪਾਂ ਮੈਨੂਫੈਕਚਰਿੰਗ ਕਰਦੇ ਹਾਂ ਕਿਸੇ ਪ੍ਰੋਡਕਟ ਦੀ, ਤਾਂ ਕਈ ਵਾਰੀ ਕੀ ਹੁੰਦਾ ਹੈ ਕਿ ਉਸ ਪ੍ਰੋਡਕਟ ਨੂੰ ਤਿਆਰ ਕਰਨ ਵਾਸਤੇ ਅਸੀਂ ਕੁਝ ਸਟੈਪ ਬਣਾ ਲੈਂਦੇ ਹਾਂ ਆਪਣੇ, ਯਾਨੀ ਕਿ ਆਪਣਾ ਉਹ ਪ੍ਰੋਡਕਟ ਜਿਹੜਾ ਹੈ ਉਹ ਇੱਕ ਸਟੈਪ ਦੇ ਵਿੱਚ ਕੰਪਲੀਟ ਨਹੀਂ ਹੁੰਦਾ ਹੈ। ਆਪਾਂ ਉਸ ਦੇ ਕੁਝ ਸਟੈਪ ਬਣਾ ਲੈਂਦੇ ਹਾਂ। ਜਿਵੇਂ ਸਪੋਜ਼ ਕਰੋ ਕਿ ਆਪਾਂ ਕੋਈ ਪ੍ਰੋਡਕਟ ਬਣਾਉਣਾ ਹੈ, ਤਾਂ ਉਸ ਨੂੰ ਅਸੀਂ 3 ਸਟੈਪ ਦੇ ਵਿੱਚ ਡਿਵਾਈਡ ਕਰਤਾ। ਪਹਿਲਾ ਅਸੀਂ ਸਟੈਪ ਨੰਬਰ 1 ਫੋਲੋ ਕਰਾਂਗੇ, ਫਿਰ ਉਸ ਤੋਂ ਬਾਅਦ ਸਟੈਪ ਨੰਬਰ 2 ਫੋਲੋ ਕਰਾਂਗੇ, ਫਿਰ ਉਸ ਤੋਂ ਬਾਅਦ ਸਟੈਪ ਨੰਬਰ 3 ਫੋਲੋ ਕਰਾਂਗੇ, ਤਾਂ ਜਾ ਕੇ ਆਪਣਾ ਪ੍ਰੋਡਕਟ ਜਿਹੜਾ ਹੈਗਾ ਉਹ ਫਿਨਿਸ਼ ਗੁੱਡਸ ਦੇ ਵਿੱਚ ਕਨਵਰਟ ਹੋ ਜਾਏਗਾ। ਯਾਨੀ ਕਿ ਆਪਣਾ ਜੋ ਰॉ ਮਟੀਰੀਅਲ ਹੈ ਉਹ ਫਿਨਿਸ਼ ਗੁੱਡਸ ਦੇ ਵਿੱਚ ਕਨਵਰਟ ਹੋ ਜਾਏਗਾ। ਤਾਂ ਸਪੋਜ਼ ਕਰੋ ਜਿਵੇਂ ਆਪਾਂ ਕਹਿ ਕੇ ਚੱਲਦੇ ਹਾਂ ਕਿ ਆਪਾਂ ਸ਼ਰਟ ਬਣਾਉਣੀ ਹੈ, ਤਾਂ ਸ਼ਰਟ ਬਣਾਉਣ ਵਾਸਤੇ ਅਸੀਂ ਪਹਿਲੇ ਸਟੈਪ ਦੇ ਵਿੱਚ ਕੀ ਕਰਾਂਗੇ? ਕੱਪੜੇ ਦੀ ਕਟਿੰਗ ਕਰਾਂਗੇ। ਦੂਸਰੇ ਸਟੈਪ ਦੇ ਵਿੱਚ ਆਪਾਂ ਉਹਦੀ ਸਟਿਚਿੰਗ ਕਰਾਂਗੇ, ਔਰ ਤੀਸਰੇ ਸਟੈਪ ਦੇ ਵਿੱਚ ਆਪਾਂ ਉਸ ਦੀ ਪੈਕਿੰਗ ਕਰਾਂਗੇ। ਹੁਣ ਪ੍ਰੋਸੈਸ ਕਾਸਟਿੰਗ ਦੇ ਵਿੱਚ ਅਸੀਂ ਇਹ ਚੀਜ਼ ਦੇਖਣੀ ਹੈ ਕਿ ਆਪਣਾ ਜੋ ਪ੍ਰੋਡਕਟ ਫਾਈਨਲੀ ਤਿਆਰ ਹੋ ਰਿਹਾ ਹੈ ਉਹਦੀ ਜੋ ਕਾਸਟ ਸਾਨੂੰ ਪੈ ਰਹੀ ਹੈ ਉਹ ਹਰ ਪ੍ਰੋਸੈਸ ਦੇ ਵਿੱਚ ਕਿੰਨੀ ਪੈ ਰਹੀ ਹੈ। ਦੇਖੋ, ਜਿਹੜਾ ਆਪਾਂ ਪ੍ਰੋਸੈਸ ਨੰਬਰ 1 ਫੋਲੋ ਕਰ ਰਹੇ ਹਾਂ ਜਾਂ ਪ੍ਰੋਸੈਸ ਨੰਬਰ 2 ਜਾਂ ਪ੍ਰੋਸੈਸ ਨੰਬਰ 3 ਫੋਲੋ ਕਰ ਰਹੇ ਹਾਂ, ਹਰ ਪ੍ਰੋਸੈਸ ਦੇ ਵਿੱਚ ਮਟੀਰੀਅਲ ਵੀ ਲੱਗੇਗਾ, ਲੇਬਰ ਵੀ ਲੱਗੇਗੀ, ਔਰ ਕੁਝ ਓਵਰਹੈਡ ਦੇ ਖਰਚੇ ਵੀ ਲੱਗਣਗੇ। ਸਪੋਜ਼ ਕਰੋ ਜਿਵੇਂ ਕਹਿੰਦੇ ਆ ਕਿ ਆਪਣੇ ਪਹਿਲੇ ਪ੍ਰੋਸੈਸ ਦੇ ਵਿੱਚ ਆਪਾਂ 100 ਰੁਪਏ ਦਾ ਮਟੀਰੀਅਲ ਲਗਾਇਆ, 50 ਰੁਪਏ ਦੀ ਲੇਬਰ ਲਗਾਈ, ਔਰ 50 ਰੁਪਏ ਦੇ ਹੀ ਓਵਰਹੈਡ ਹੋ ਗਏ। ਤਾਂ ਇਹਦਾ ਮਤਲਬ ਪਹਿਲੇ ਪ੍ਰੋਸੈਸ ਦੇ ਵਿੱਚ ਆਪਣਾ 200 ਰੁਪਏ ਦਾ ਖਰਚਾ ਹੋ ਗਿਆ। ਹੁਣ ਇਹ 200 ਰੁਪਏ ਦਾ ਜਿਹੜਾ ਖਰਚਾ ਹੈ ਇਹ ਆਪਣੇ ਨੈਕਸਟ ਪ੍ਰੋਸੈਸ ਦੇ ਵਿੱਚ ਚਲਾ ਜਾਏਗਾ। ਤਾਂ ਇਹ 200 ਰੁਪਏ ਦਾ ਜਿਹੜਾ ਖਰਚਾ ਹੈ ਉਸ ਤੋਂ ਇਲਾਵਾ ਉਸ ਪ੍ਰੋਸੈਸ ਦੇ ਵਿੱਚ ਸਪੋਜ਼ ਕਰੋ ਕਿ 50 ਰੁਪਏ ਦਾ ਮਟੀਰੀਅਲ ਲੱਗਿਆ, 25 ਰੁਪਏ ਦੀ ਲੇਬਰ ਲੱਗੀ, ਔਰ 25 ਰੁਪਏ ਦਾ ਹੀ ਓਵਰਹੈਡ ਲੱਗਿਆ। ਤਾਂ ਅਗਲੇ ਪ੍ਰੋਸੈਸ ਦੇ ਵਿੱਚ ਆਪਣੀ ਟੋਟਲ ਕਾਸਟ ਜਿਹੜੀ ਸੀਗੀ ਉਹ ਬਣ ਗਈ 300 ਰੁਪਏ ਦੀ। ਫਿਰ ਇਹ 300 ਰੁਪਏ ਦੀ ਜਿਹੜੀ ਕਾਸਟ ਆਪਣੇ ਕੋਲ ਸੈਕੰਡ ਪ੍ਰੋਸੈਸ ਦੇ ਵਿੱਚ ਬਣੀ, ਇਸ ਨੂੰ ਆਪਾਂ ਸ਼ਿਫਟ ਕਰਤਾ ਥਰਡ ਪ੍ਰੋਸੈਸ ਦੇ ਵਿੱਚ। ਥਰਡ ਪ੍ਰੋਸੈਸ ਦੇ ਵਿੱਚ ਜਾ ਕੇ ਆਪਾਂ ਨੂੰ ਇਸ 300 ਰੁਪਏ ਦੀ ਕਾਸਟ ਦੇ ਵਿੱਚ ਐਡੀਸ਼ਨਲ ਹੋਰ ਮਟੀਰੀਅਲ ਲਗਾਉਣਾ ਪਿਆ। ਸਪੋਜ਼ ਕਰੋ 100 ਰੁਪਏ ਦਾ ਲੱਗਿਆ, 50 ਰੁਪਏ ਦੀ ਲੇਬਰ ਲੱਗੀ, 50 ਰੁਪਏ ਦਾ ਓਵਰਹੈਡ ਲੱਗਿਆ, ਤਾਂ ਟੋਟਲ ਆਪਣਾ ਖਰਚਾ ਹੋ ਗਿਆ 500 ਰੁਪਏ ਦਾ। ਯਾਨੀ ਕਿ ਆਪਣਾ ਫਾਈਨਲ ਜਿਹੜਾ ਪ੍ਰੋਡਕਟ ਤਿਆਰ ਹੋਇਆ ਉਹਦੀ ਕਾਸਟ ਕਿੰਨੀ ਨਿਕਲੀ? 500 ਰੁਪਏ। ਹੁਣ ਜੇ ਕੁਆਂਟੀਟੀ ਦੀ ਗੱਲ ਕਰਕੇ ਚੱਲੀਏ, ਸਪੋਜ਼ ਕਰੋ ਕਿ ਆਪਣੀ ਜੋ ਕੁਆਂਟੀਟੀ ਇੱਥੇ ਮੈਨੂਫੈਕਚਰ ਹੋਈ ਉਹ ਸਪੋਜ਼ ਕਰੋ 100 ਪੀਸ ਆਪਣੇ ਤਿਆਰ ਹੋਏ, ਤੇ ਆਪਣੀ ਜੋ ਟੋਟਲ ਕਾਸਟ 3 ਪ੍ਰੋਸੈਸ ਦੇ ਵਿੱਚ ਲੱਗੀ ਉਹ ਟੋਟਲ 500 ਰੁਪਏ ਦੀ ਲੱਗੀ। ਤਾਂ ਆਪਾਂ ਇਹ ਪਤਾ ਕਰ ਸਕਦੇ ਹਾਂ ਕਿ ਆਪਣੀ ਜਿਹੜੀ ਕਾਸਟ ਹੈ ਉਹ ਪਰ ਪੀਸ ਕਿੰਨੀ ਪਈ ਹੈ ਆਪਾਂ ਨੂੰ। ਤਾਂ ਜੋ ਸਾਨੂੰ ਟੋਟਲ ਕਾਸਟ 500 ਰੁਪਏ ਦੀ ਪਈ ਹੈ, ਔਰ ਉਸ 500 ਰੁਪਏ ਦੇ ਵਿੱਚ 100 ਪੀਸ ਆਪਣੇ ਤਿਆਰ ਹੋਏ ਹੈ, ਤਾਂ ਇਹਦਾ ਮਤਲਬ ਸਾਨੂੰ ਕਾਸਟ ਪਰ ਪੀਸ ਜੋ ਪਈ ਹੈ ਉਹ 5 ਰੁਪਏ ਦੀ ਪਈ ਹੈ। ਤਾਂ ਇਸ ਤਰੀਕੇ ਨਾਲ ਆਪਾਂ ਪ੍ਰੋਸੈਸ ਕਾਸਟਿੰਗ ਦੇ ਵਿੱਚ ਕੀ ਫਾਈਂਡ ਆਊਟ ਕਰਦੇ ਹਾਂ ਕਿ ਜੋ ਆਪਾਂ ਪ੍ਰੋਡਕਟ ਮੈਨੂਫੈਕਚਰ ਕੀਤਾ ਹੈ ਅਲੱਗ-ਅਲੱਗ ਪ੍ਰੋਸੈਸ ਨੂੰ ਫੋਲੋ ਕਰਦੇ ਹੋਏ ਉਹਦੀ ਫਾਈਨਲ ਜੋ ਕਾਸਟ ਹੈ ਉਹ ਕਿੰਨੀ ਹੈ। ਹੁਣ ਇਸੇ ਚੀਜ਼ ਨੂੰ ਅਸੀਂ ਪ੍ਰੋਸੈਸ ਅਕਾਊਂਟ ਦੇ ਵਿੱਚ ਕਿਵੇਂ ਸ਼ੋ ਕਰਾਂਗੇ? ਤਾਂ ਸਪੋਜ਼ ਕਰੋ ਕਿ ਅਸੀਂ ਇਸੇ ਐਗਜ਼ਾਮਪਲ ਦਾ ਪ੍ਰੋਸੈਸ ਅਕਾਊਂਟ ਤਿਆਰ ਕਰਦੇ ਹਾਂ। ਤਾਂ ਆਪਣਾ ਪ੍ਰੋਸੈਸ ਨੰਬਰ 1 ਹੈ। ਤਾਂ ਪ੍ਰੋਸੈਸ ਨੰਬਰ 1 ਦੇ ਵਿੱਚ ਆਪਾਂ ਮਟੀਰੀਅਲ ਲਗਾਇਆ, ਲੇਬਰ ਲਗਾਈ, ਔਰ ਓਵਰਹੈਡ ਲਗਾਏ। ਤਾਂ ਪ੍ਰੋਸੈਸ ਅਕਾਊਂਟ ਜੋ ਆਪਾਂ ਬਣਾਵਾਂਗੇ, ਪ੍ਰੋਸੈਸ ਨੰਬਰ 1 ਅਕਾਊਂਟ ਜੋ ਆਪਾਂ ਪ੍ਰੋਸੈਸ ਅਕਾਊਂਟ ਬਣਾਵਾਂਗੇ ਉਹ ਜਸਟ ਲਾਈਕ ਟ੍ਰੇਡਿੰਗ ਅਕਾਊਂਟ ਬਣੇਗਾ ਆਪਣਾ। ਜਿਵੇਂ ਇੱਕ ਮੈਨੂਫੈਕਚਰਿੰਗ ਅਕਾਊਂਟ ਆਪਾਂ ਬਣਾ ਕੇ ਚੱਲਦੇ ਹਾਂ, ਜਿਵੇਂ ਆਪਾਂ ਨੂੰ ਪਹਿਲਾਂ ਤੋਂ ਹੀ ਪਤਾ ਹੈ ਮੈਨੂਫੈਕਚਰਿੰਗ ਅਕਾਊਂਟ ਜਾਂ ਟ੍ਰੇਡਿੰਗ ਅਕਾਊਂਟ ਜੋ ਵੀ ਆਪਾਂ ਬਣਾਉਂਦੇ ਹਾਂ ਉਹਦੇ ਵਿੱਚ ਡੈਬਿਟ ਸਾਈਡ ਦੇ ਵਿੱਚ ਆਪਾਂ ਸਾਰੇ ਆਪਣੇ ਖਰਚੇ ਸ਼ੋ ਕਰਦੇ ਹਾਂ। ਤਾਂ ਇੱਥੇ ਜੋ ਮਟੀਰੀਅਲ ਆਪਾਂ ਲਗਾਇਆ ਉਹ ਲਗਾਇਆ 100 ਰੁਪਏ ਦਾ, ਜੋ ਲੇਬਰ ਆਪਾਂ ਲਗਾਈ ਉਹ ਲਗਾਈ 50 ਰੁਪਏ ਦੀ, ਔਰ ਜੋ ਓਵਰਹੈਡ ਦੇ ਖਰਚੇ ਆਪਾਂ ਲਗਾਏ ਉਹ ਲਗਾਏ 50 ਰੁਪਏ ਦੇ। ਤਾਂ ਆਪਣੀ ਜੋ ਟੋਟਲ ਕਾਸਟ ਬਣੀ ਸੀ ਉਹ 200 ਰੁਪਏ ਦੀ ਬਣੀ ਸੀ ਇੱਥੇ।
ਆਪਾਂ ਇਸ 200 ਰੁਪਏ ਦੀ ਕਾਸਟ ਨੂੰ ਸ਼ਿਫਟ ਕਰਤਾ ਸੀ ਅਗਲੇ ਪ੍ਰੋਸੈਸ ਦੇ ਵਿੱਚ, ਪ੍ਰੋਸੈਸ ਨੰਬਰ 2 ਅਕਾਊਂਟ ਦੇ ਵਿੱਚ। ਤਾਂ ਅਸੀਂ ਪ੍ਰੋਸੈਸ ਨੰਬਰ 1 ਤੋਂ ਜਦੋਂ ਪ੍ਰੋਸੈਸ ਨੰਬਰ 2 ਦੇ ਵੱਲ ਸ਼ਿਫਟ ਕਰਾਂਗੇ ਤਾਂ ਅਸੀਂ ਪ੍ਰੋਸੈਸ ਨੰਬਰ 1 'ਚ ਲਿਖਾਂਗੇ ਬਾਏ ਪ੍ਰੋਸੈਸ ਨੰਬਰ 2 ਅਕਾਊਂਟ। ਤਾਂ ਇਹ 200 ਰੁਪਏ ਦੀ ਜੋ ਕਾਸਟ ਸੀ ਉਸ ਨੂੰ ਅਸੀਂ ਸ਼ਿਫਟ ਕਰ ਦਿੱਤਾ ਪ੍ਰੋਸੈਸ ਨੰਬਰ 2 ਅਕਾਊਂਟ 'ਚ। ਤਾਂ ਪ੍ਰੋਸੈਸ ਨੰਬਰ 2 ਅਕਾਊਂਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਿਖਾਂਗੇ 2 ਪ੍ਰੋਸੈਸ ਨੰਬਰ 1 ਅਕਾਊਂਟ, ਯਾਨੀ 200 ਰੁਪਏ ਦੀ ਕਾਸਟ ਜੋ ਹੈ ਉਹ ਆਪਣੀ ਆਈ ਹੈ ਪ੍ਰੋਸੈਸ ਨੰਬਰ 1 ਤੋਂ। ਹੁਣ ਅਸੀਂ ਇਸ ਪ੍ਰੋਸੈਸ ਦੇ ਵਿੱਚ ਵੀ ਪਾਰਟਿਕੂਲਰ ਕੁਝ ਮਟੀਰੀਅਲ ਦੇ ਉੱਤੇ ਖਰਚਾ ਕੀਤਾ। ਉਹ ਮਟੀਰੀਅਲ ਦੇ ਉੱਤੇ ਆਪਾਂ ਖਰਚ ਕੀਤੇ 50 ਰੁਪਏ, ਲੇਬਰ ਦੇ ਉੱਤੇ ਆਪਾਂ ਕੁਝ ਪੈਸਾ ਖਰਚ ਕੀਤਾ 25 ਰੁਪਏ, ਔਰ ਕੁਝ ਓਵਰਹੈਡ ਦੇ ਉੱਤੇ ਪੈਸਾ ਖਰਚ ਕੀਤਾ 25 ਰੁਪਏ। ਤਾਂ ਆਪਣੀ ਜੋ ਟੋਟਲ ਕਾਸਟ ਬਣੀ ਉਹ ਬਣੀ 300 ਰੁਪਏ ਦੀ। ਫਿਰ ਇਸ 300 ਰੁਪਏ ਦੀ ਕਾਸਟ ਨੂੰ ਆਪਾਂ ਆਪਣੇ ਨੈਕਸਟ ਪ੍ਰੋਸੈਸ ਦੇ ਵਿੱਚ ਸ਼ਿਫਟ ਕਰ ਦਿੱਤਾ ਪ੍ਰੋਸੈਸ ਨੰਬਰ 3 ਦੇ ਵਿੱਚ। ਤਾਂ ਪ੍ਰੋਸੈਸ ਨੰਬਰ 2 ਤੋਂ ਜਦੋਂ ਪ੍ਰੋਸੈਸ ਨੰਬਰ 3 'ਚ ਆਪਾਂ ਸ਼ਿਫਟ ਕਰਾਂਗੇ ਤਾਂ ਪ੍ਰੋਸੈਸ ਨੰਬਰ 2 'ਚ ਆਪਾਂ ਲਿਖਾਂਗੇ ਬਾਏ ਪ੍ਰੋਸੈਸ ਨੰਬਰ 3 ਅਕਾਊਂਟ। ਤਾਂ 300 ਰੁਪਏ ਦੀ ਜੋ ਕਾਸਟ ਹੁਣ ਤੱਕ ਲੱਗੀ ਹੈ ਉਹਨੂੰ ਆਪਾਂ ਸ਼ਿਫਟ ਕਰ ਦਿੱਤਾ ਪ੍ਰੋਸੈਸ ਨੰਬਰ 3 ਦੇ ਵਿੱਚ। ਤਾਂ ਪ੍ਰੋਸੈਸ ਨੰਬਰ 3 'ਚ ਆਪਾਂ ਲਿਖਾਂਗੇ 2 ਪ੍ਰੋਸੈਸ ਨੰਬਰ 2 ਅਕਾਊਂਟ। 300 ਰੁਪਏ ਦੀ ਲਾਗਤ ਹੁਣ ਤੱਕ ਲੱਗ ਚੁੱਕੀ ਹੈ। ਫਿਰ ਇਸ ਪਾਰਟਿਕੂਲਰ ਪ੍ਰੋਸੈਸ ਨੰਬਰ 3 ਦੇ ਵਿੱਚ ਆਪਾਂ ਕੁਝ ਮਟੀਰੀਅਲ ਐਡ ਕੀਤਾ 100 ਰੁਪਏ ਦਾ, ਕੁਝ ਲੇਬਰ ਐਡ ਕੀਤੀ 50 ਰੁਪਏ ਦੀ, ਕੁਝ ਓਵਰਹੈਡ ਐਡ ਕੀਤੇ 50 ਰੁਪਏ ਦੇ, ਔਰ 500 ਰੁਪਏ ਦੀ ਟੋਟਲ ਕਾਸਟ ਲੱਗ ਗਈ ਆਪਣੀ। ਹੁਣ 500 ਰੁਪਏ ਦੀ ਟੋਟਲ ਕਾਸਟ ਜੋ ਲੱਗੀ ਉੱਥੇ ਆਪਣਾ ਜੋ ਪ੍ਰੋਡਕਟ ਹੈ ਉਹ ਫਾਈਨਲੀ ਤਿਆਰ ਹੋ ਗਿਆ, ਜਿਸ ਨੂੰ ਆਪਾਂ ਫਿਨਿਸ਼ ਸਟਾਕ ਦੇ ਵਿੱਚ ਸ਼ਿਫਟ ਕਰ ਦਾਂਗੇ। ਤਾਂ ਆਪਾਂ ਇੱਥੇ ਲਿਖਾਂਗੇ ਬਾਏ ਫਿਨਿਸ਼ਡ ਸਟਾਕ ਅਕਾਊਂਟ। ਤਾਂ ਇਸ ਤਰੀਕੇ ਨਾਲ ਆਪਾਂ ਪ੍ਰੋਸੈਸ ਅਕਾਊਂਟ ਜੋ ਹੈ ਉਹ ਪ੍ਰਿਪੇਅਰ ਕਰਦੇ ਹਾਂ ਆਪਣੇ। ਤਾਂ ਸਿੰਪਲ ਟੌਪਿਕ ਹੈ। ਹਾਂ, ਇਸ ਪ੍ਰੋਸੈਸ ਅਕਾਊਂਟ ਦੇ ਵਿੱਚ ਆਪਾਂ ਜੋ ਕਾਲਮ ਤਿਆਰ ਕੀਤਾ ਉਹ ਅਮਾਉਂਟ ਦਾ ਕਾਲਮ ਤਿਆਰ ਕੀਤਾ, ਅਮਾਉਂਟ ਦਾ ਕਾਲਮ। ਇਹਦੇ ਨਾਲ ਤੁਸੀਂ ਜੇ ਕਾਲਮ ਐਡ ਕਰਨਾ ਹੈ ਤਾਂ ਤੁਸੀਂ ਕੁਆਂਟੀਟੀ ਦਾ ਕਾਲਮ ਵੀ ਐਡ ਕਰ ਸਕਦੇ ਹੋ। ਕੁਆਂਟੀਟੀ ਦਾ ਕਾਲਮ ਵੀ ਐਡ ਕਰ ਸਕਦੇ ਹੋ। ਜਿਵੇਂ ਸਪੋਜ਼ ਕਰੋ ਕਿ ਪਹਿਲੇ ਪ੍ਰੋਸੈਸ ਦੇ ਵਿੱਚ ਜੋ ਤੁਸੀਂ 100 ਰੁਪਏ ਦਾ ਮਟੀਰੀਅਲ ਲਗਾਇਆ ਸੀ ਉਹਦੇ ਵਿੱਚ ਕੁਆਂਟੀਟੀ ਜੋ ਲਗਾਈ ਸੀ ਤੁਸੀਂ ਉਹ 100 ਪੀਸ ਦੀ ਲਗਾਈ ਸੀ, 100 ਪੀਸ ਦੀ। ਲੇਬਰ ਕੁਆਂਟੀਟੀ ਜਿੰਨੀ ਹੋਏਗੀ, ਓਵਰਹੈਡ ਕੁਆਂਟੀਟੀ ਜਿੰਨੀ ਹੋਏਗਾ, ਤੁਹਾਡੀ ਟੋਟਲ ਕੁਆਂਟੀਟੀ ਜੋ ਇੰਟਰੋਡਿਊਸ ਹੋਈ ਉਹ 100 ਪੀਸ ਦੀ ਹੋਈ। ਤਾਂ ਜਦੋਂ ਆਪਾਂ ਉਸ ਨੂੰ ਅਗਲੇ ਪ੍ਰੋਸੈਸ 'ਚ ਸ਼ਿਫਟ ਕੀਤਾ ਤਾਂ ਉਹ 100 ਪੀਸ ਦੀ ਕੁਆਂਟੀਟੀ ਜਿਹੜੀ ਸੀ ਉਹਦੇ ਉੱਤੇ 100 ਰੁਪਏ ਦੀ ਲਾਗਤ ਲੱਗ ਚੁੱਕੀ ਹੈ। ਤਾਂ ਅਸੀਂ ਇੱਥੇ ਕੁਆਂਟੀਟੀ ਦੇ ਵਿੱਚ ਸ਼ੋ ਕਰਾਂਗੇ 100 ਪੀਸ ਜੋ ਪ੍ਰੋਸੈਸ ਨੰਬਰ 1 ਤੋਂ ਆਏ। ਹੁਣ ਜਿਹੜਾ ਤੁਸੀਂ ਐਡੀਸ਼ਨਲ ਮਟੀਰੀਅਲ ਲਗਾਇਆ, ਲੇਬਰ ਲਗਾਈ, ਓਵਰਹੈਡ ਲਗਾਇਆ, ਜੇਕਰ ਉਹਦੀ ਵੀ ਕੁਆਂਟੀਟੀ ਹੈ ਮਟੀਰੀਅਲ ਦੀ ਕੋਈ ਤਾਂ ਤੁਸੀਂ ਇੱਥੇ ਐਡ ਕਰ ਲਓਗੇ ਉਸ ਨੂੰ। ਮੈਂ ਇੱਥੇ ਨਹੀਂ ਐਡ ਕਰਕੇ ਚੱਲਦਾ, ਤਾਂ ਤੁਹਾਡੀ ਕੁਆਂਟੀਟੀ ਉਹੀ 100 ਪੀਸ ਦੀ ਰਹਿ ਗਈ। ਤਾਂ 300 ਰੁਪਏ ਦੀ ਜੋ ਲਾਗਤ ਤੁਹਾਡੀ ਬਣੀ ਉਹ 100 ਪੀਸ ਦੀ ਹੀ ਬਣੀ। ਤੁਸੀਂ ਉਸ ਨੂੰ ਸ਼ਿਫਟ ਕਰ ਦਿੱਤਾ ਅਗਲੇ ਪ੍ਰੋਸੈਸ ਦੇ ਵਿੱਚ, ਪ੍ਰੋਸੈਸ ਨੰਬਰ 2 ਦੇ ਵਿੱਚ। ਪ੍ਰੋਸੈਸ ਨੰਬਰ 3 ਦੇ ਵਿੱਚ ਤਾਂ ਇੱਥੇ ਆਪਣੇ ਕੋਲ 100 ਪੀਸ ਦੀ ਕੁਆਂਟੀਟੀ, ਇੱਥੇ ਵੀ ਮਟੀਰੀਅਲ, ਲੇਬਰ, ਓਵਰਹੈਡ ਲਗਾਇਆ, ਮਟੀਰੀਅਲ ਤੁਸੀਂ ਇੱਥੇ ਲਗਾਇਆ ਨਹੀਂ ਕੁਆਂਟੀਟੀ ਦੇ ਵਿੱਚ ਕੁਛ, ਤਾਂ ਇੱਥੇ
ਜੋ ਕੁਆਂਟੀਟੀ ਸੀ ਤੁਹਾਡੀ ਉਹ 100 ਪੀਸ ਦੀ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੋ ਤੁਸੀਂ 500 ਰੁਪਏ ਦੀ ਟੋਟਲ ਕਾਸਟ ਬੀਅਰ ਕੀਤੀ ਫਿਨਿਸ਼ ਪ੍ਰੋਡਕਟ ਤੱਕ ਜਾਣ ਵਾਸਤੇ, ਉਸ ਤੋਂ ਤੁਹਾਡੇ ਕੋਲ ਜੋ ਪੀਸ ਤਿਆਰ ਹੋਏ ਜਾਂ ਕੁਆਂਟੀਟੀ ਤਿਆਰ ਹੋਈ ਉਹ 100 ਪੀਸ ਦੀ ਤਿਆਰ ਹੋਈ। ਤਾਂ ਜਿਵੇਂ ਆਪਾਂ ਕਾਸਟ ਪਰ ਯੂਨਿਟ ਨਿਕਾਲੀ ਸੀ ਆਪਣੀ, ਤੁਸੀਂ ਕਾਲਮ ਹੋਰ ਇਹਦੇ ਨਾਲ ਐਡ ਕਰ ਸਕਦੇ ਹੋ ਕਾਸਟ ਪਰ ਯੂਨਿਟ ਕਰਕੇ। ਜੇ ਤੁਸੀਂ ਕਾਸਟ ਪਰ ਯੂਨਿਟ ਨਿਕਾਲਣੀ ਹੈਗੀ ਹੈ ਤਾਂ ਤੁਸੀਂ ਕੁਆਂਟੀਟੀ ਤੇ ਡਿਵਾਈਡ ਕਰਦੇ ਜਾਓ ਉਸ ਨੂੰ। ਤੁਸੀਂ ਐਡੀਸ਼ਨਲ ਇੱਕ ਕਾਲਮ ਹੋਰ ਐਡ ਕਰ ਸਕਦੇ ਹੋ, ਕਾਸਟ ਪਰ ਯੂਨਿਟ। ਕਾਸਟ ਪਰ ਯੂਨਿਟ ਜਿਵੇਂ 100 ਰੁਪਏ ਤੁਸੀਂ ਮਟੀਰੀਅਲ ਤੇ ਖਰਚਾ ਕੀਤਾ ਔਰ ਤੁਹਾਡੀ ਕੁਆਂਟੀਟੀ 100 ਦੀ ਸੀਗੀ, ਤਾਂ ਤੁਹਾਨੂੰ ਕਾਸਟ ਕਿੰਨੀ ਪਈ? 1 ਰੁਪਏ ਪਰ ਯੂਨਿਟ। 50 ਰੁਪਏ ਦੀ ਲੇਬਰ ਜੇਕਰ ਤੁਸੀਂ ਲਗਾਈ ਹੈ ਔਰ ਕੁਆਂਟੀਟੀ ਤੁਹਾਡੀ 100 ਦੀ ਹੈ, ਤਾਂ ਤੁਹਾਨੂੰ 50 ਪੈਸੇ ਪਰ ਯੂਨਿਟ ਦੀ ਕਾਸਟ ਪਈ। ਉਸੇ ਤਰੀਕੇ ਨਾਲ ਓਵਰਹੈਡ ਵੀ ਤੁਹਾਨੂੰ ਪਿਆ 50 ਰੁਪਏ ਪਰ ਪੀਸ, ਤਾਂ ਟੋਟਲ ਤੁਹਾਨੂੰ 2 ਰੁਪਏ ਪਰ ਪੀਸ ਦਾ ਖਰਚਾ ਪੈ ਗਿਆ। ਤਾਂ ਇੱਥੇ ਵੀ 2 ਰੁਪਏ ਪਰ ਪੀਸ ਦਾ ਖਰਚਾ ਪੈ ਗਿਆ ਤੁਹਾਨੂੰ। ਉਸੇ ਤਰੀਕੇ ਨਾਲ ਇੱਥੇ ਤੁਸੀਂ ਕਾਸਟ ਪਰ ਯੂਨਿਟ ਦਾ ਕਾਲਮ ਇੱਥੇ ਵੀ ਐਡ ਕਰ ਸਕਦੇ ਹੋ। 200 ਨੂੰ 100 ਨਾਲ ਡਿਵਾਈਡ ਕਰੋਗੇ ਤਾਂ 2 ਰੁਪਏ ਪਰ ਪੀਸ। 50 ਰੁਪਏ ਨੂੰ 100 ਨਾਲ ਡਿਵਾਈਡ ਕਰੋਗੇ ਤਾਂ 50 ਪੈਸੇ ਪਰ ਪੀਸ। 25 ਰੁਪਏ ਨੂੰ 100 ਤੇ ਡਿਵਾਈਡ ਕਰੋਗੇ ਤਾਂ 25 ਪੈਸੇ ਪਰ ਪੀਸ। 25 ਪੈਸੇ ਪਰ ਪੀਸ, ਤਾਂ ਇਹ ਟੋਟਲ ਬਣ ਗਿਆ ਤੁਹਾਡਾ 3 ਰੁਪਏ ਪਰ ਪੀਸ। ਤਾਂ ਇੱਥੇ ਆਪਣੇ ਕੋਲ 3 ਰੁਪਏ ਪਰ ਪੀਸ ਦੀ ਕਾਸਟ ਆ ਗਈ। ਫਿਰ ਤੁਸੀਂ ਇਸ ਨੂੰ ਸ਼ਿਫਟ ਕਰਤਾ ਸੀ, ਤੁਸੀਂ ਇੱਥੇ ਵੀ ਕਾਸਟ ਪਰ ਯੂਨਿਟ ਦਾ ਕਾਲਮ ਬਣਾ ਸਕਦੇ ਹੋ। सौ ਨੂੰ 100 ਤੇ ਡਿਵਾਈਡ ਕਰੋਗੇ 1 ਰੁਪਏ ਪਰ ਪੀਸ। 50 ਰੁਪਏ ਨੂੰ ਕਰੋਗੇ 100 ਤੇ ਡਿਵਾਈਡ ਤਾਂ 50 ਪੈਸੇ ਪਰ ਪੀਸ। 50 ਪੈਸੇ ਪਰ ਪੀਸ, ਤਾਂ ਇਹ ਟੋਟਲ ਬਣ ਗਿਆ 5 ਰੁਪਏ ਪਰ ਪੀਸ। ਤਾਂ ਆਪਣੀ ਜੋ ਫਾਈਨਲੀ ਕਾਸਟ ਆਈ ਉਹ 5 ਰੁਪਏ ਪਰ ਪੀਸ ਦੇ ਮਗਰ ਆਈ। ਤਾਂ ਇਸ ਤਰੀਕੇ ਨਾਲ ਤੁਸੀਂ ਪ੍ਰੋਸੈਸ ਅਕਾਊਂਟ ਜਿਹੜਾ ਹੈ ਉਹ ਆਪਣਾ ਤਿਆਰ ਕਰ ਸਕਦੇ ਹੋ। ਲਓ ਬੇਟਾ, ਆਪਾਂ ਕੁਐਸਚਨ ਨੰਬਰ 1 ਦੇਖਦੇ ਹਾਂ, ਜੋ ਕਿ ਸਿੰਪਲ ਕੁਐਸਚਨ ਹੈ। ਫਿਲਹਾਲ ਆਪਾਂ ਪ੍ਰੋਸੈਸ ਕਾਸਟਿੰਗ ਸਟਾਰਟ ਕੀਤੀ ਹੈ, ਤਾਂ ਆਪਾਂ ਸਿੰਪਲ ਕੁਐਸਚਨ ਦੇਖਦੇ ਹਾਂ। ਤਾਂ ਕੁਐਸਚਨ ਨੰਬਰ 1 ਦੇਖੋ, ਇਹ ਪ੍ਰੋਡਕਟ ਪਾਸਿਸ ਥਰੂ 3 ਪ੍ਰੋਸੈਸਿਸ। ਕੋਈ ਪ੍ਰੋਡਕਟ ਹੈ ਉਹ 3 ਪ੍ਰੋਸੈਸ ਦੇ ਵਿੱਚੋਂ ਪਾਸ ਆਊਟ ਹੋ ਕੇ ਜਾਂਦਾ ਹੈ। ਡਿਊਰਿੰਗ ਮਾਰਚ 2007 1000 ਫਿਨਿਸ਼ ਯੂਨਿਟਸ ਵਰ ਪ੍ਰੋਡਿਊਸਡ ਵਿਦ ਦ ਫੋਲੋਇੰਗ ਐਕਸਪੈਂਡੀਚਰ। 1000 ਫਿਨਿਸ਼ਡ ਯੂਨਿਟਸ ਨੇ ਜੋ ਕਿ ਪ੍ਰੋਡਿਊਸ ਹੋਈਆਂ ਔਰ ਜਿਹਦੇ ਉੱਤੇ ਆਪਣਾ ਜੋ ਖਰਚਾ ਹੋਇਆ ਉਹ ਡਾਇਰੈਕਟ ਮਟੀਰੀਅਲ ਔਰ ਡਾਇਰੈਕਟ ਵੇਜਿਸ। ਪ੍ਰੋਸੈਸ ਨੰਬਰ A, ਪ੍ਰੋਸੈਸ ਨੰਬਰ B, ਪ੍ਰੋਸੈਸ ਨੰਬਰ C। ਡਾਇਰੈਕਟ ਮਟੀਰੀਅਲ ਪ੍ਰੋਸੈਸ ਨੰਬਰ A 'ਚ ਲੱਗਿਆ 1500 ਰੁਪਏ ਦਾ, ਪ੍ਰੋਸੈਸ B 'ਚ ਲੱਗਿਆ 2600 ਰੁਪਏ ਦਾ, ਪ੍ਰੋਸੈਸ C 'ਚ ਲੱਗਿਆ 2000 ਰੁਪਏ ਦਾ। ਡਾਇਰੈਕਟ ਵੇਜਿਸ ਪ੍ਰੋਸੈਸ A 'ਚ ਲੱਗੀ 5000 ਰੁਪਏ ਦੀ, ਪ੍ਰੋਸੈਸ B 'ਚ ਲੱਗੀ 4000 ਦੀ ਔਰ ਪ੍ਰੋਸੈਸ C 'ਚ ਲੱਗੀ 3000 ਦੀ। ਓਵਰਹੈਡ ਐਕਸਪੈਂਸਿਸ ਅਮਾਊਂਟਡ ਇਨ ਆਲ ਟੂ ₹6000। ਹੁਣ ਓਵਰਹੈਡ ਦੇ ਐਕਸਪੈਂਸ ਜਿਹੜੇ ਹੈ ਉਹ ਅਲੱਗ-ਅਲੱਗ ਪ੍ਰੋਸੈਸ ਦੇ ਆਪਾਂ ਨੂੰ ਡਿਸਟ੍ਰੀਬਿਊਟ ਕਰਕੇ ਨਹੀਂ ਦਿੱਤੇ। ਆਪਾਂ ਨੂੰ ਟੋਟਲ ਓਵਰਹੈਡ ਦੇ ਐਕਸਪੈਂਸ ਦਿੱਤੇ ਹੋਏ ਜੋ ਕਿ 6000 ਰੁਪਏ ਦੇ ਲੱਗੇ ਓਵਰਆਲ। ਦੇ ਆਰ ਟੂ ਬੀ ਅਪੋਰਸ਼ਨਡ ਔਨ ਦਾ ਬੇਸਿਸ ਆਫ ਡਾਇਰੈਕਟ ਵੇਜਿਸ। ਆਪਾਂ ਉਹਦੀ ਅਪੋਰਸ਼ਨਮੈਂਟ ਕਰਨੀ ਹੈ ਔਨ ਦਾ ਬੇਸਿਸ ਆਫ ਡਾਇਰੈਕਟ ਵੇਜਿਸ। ਤਾਂ ਆਪਾਂ ਡਾਇਰੈਕਟ ਵੇਜਿਸ ਦੀ ਰੇਸ਼ੋ ਬਣਾ ਲਾਂਗੇ ਔਰ ਉਸ ਰੇਸ਼ੋ ਦੇ ਵਿੱਚ ਆਪਣੇ ਓਵਰਹੈਡ ਦੇ ਐਕਸਪੈਂਸ ਨੂੰ ਵੰਡ ਲਾਂਗੇ ਪ੍ਰੋਸੈਸ ਨੰਬਰ A, B ਤੇ C ਦੇ ਵਿੱਚ। ਮੇਨ ਰॉ ਮਟੀਰੀਅਲ ਇਸ਼ੂਡ ਟੂ ਪ੍ਰੋਸੈਸ A were worth ₹6000 besides above। ਜੋ ਮੇਨ ਰॉ ਮਟੀਰੀਅਲ ਇਸ਼ੂ ਹੋਇਆ ਉਹ ਪ੍ਰੋਸੈਸ ਨੰਬਰ A 'ਚ ਹੋਇਆ, ਕਿਉਂਕਿ ਦੇਖੋ ਉੱਪਰ ਪ੍ਰੋਸੈਸ ਨੰਬਰ A ਦੇ ਵੀ ਡਾਇਰੈਕਟ ਮਟੀਰੀਅਲ 1500 ਰੁਪਏ ਦਾ ਵੀ ਦਿੱਤਾ ਹੋਇਆ ਹੈ, ਲੇਕਿਨ ਉਸ ਤੋਂ ਇਲਾਵਾ ਉਹਨੇ ਲਿਖਿਆ ਹੈ ਬਿਸਾਈਡਸ ਅਬਵ, ਯਾਨੀ ਉਸ 1500 ਰੁਪਏ ਦੇ ਮਟੀਰੀਅਲ ਤੋਂ ਇਲਾਵਾ ਜੋ ਰॉ ਮਟੀਰੀਅਲ ਮੇਨ ਇਸ਼ੂ ਕੀਤਾ ਗਿਆ ਪ੍ਰੋਸੈਸ ਨੰਬਰ A ਨੂੰ ਉਹ 6000 ਰੁਪਏ ਦਾ ਕੀਤਾ ਗਿਆ। ਇਗਨੋਰਿੰਗ ਦਾ ਕੁਐਸਚਨ ਆਫ ਸਟਾਕ ਪ੍ਰੀਪੇਅਰ ਦਾ ਪ੍ਰੋਸੈਸ ਅਕਾਊਂਟ ਕੰਸਰਨਡ। ਕਹਿੰਦਾ ਸਟਾਕ ਦੇ ਕੁਐਸਚਨ ਨੂੰ ਆਪਾਂ ਇਗਨੋਰ ਕਰਦੇ ਹਾਂ। ਇਸ ਕੁਐਸਚਨ ਦੇ ਵਿੱਚ ਆਪਾਂ ਨੂੰ ਕਿਤੇ ਵੀ ਓਪਨਿੰਗ ਸਟਾਕ, ਕਲੋਜ਼ਿੰਗ ਸਟਾਕ ਦੀ ਕੋਈ ਵੀ ਗੱਲ ਨਹੀਂ ਕੀਤੀ ਉਹਨਾਂ ਨੇ, ਤਾਂ ਸਟਾਕ ਨੂੰ ਇਗਨੋਰ ਕਰਦੇ ਹੋਏ ਕਹਿੰਦਾ ਪ੍ਰੋਸੈਸ ਅਕਾਊਂਟ ਜਿਹੜਾ ਹੈ ਉਹ ਆਪਾਂ ਤਿਆਰ ਕਰਨਾ ਹੈ। ਲਓ ਬੇਟਾ, ਤਾਂ ਹੁਣ ਇਸ ਕੁਐਸਚਨ ਦੇ ਵਿੱਚ ਆਪਾਂ 3 ਪ੍ਰੋਸੈਸ ਅਕਾਊਂਟ ਬਣਾ ਕੇ ਦਿਖਾਣੇ ਆ। ਸਭ ਤੋਂ ਪਹਿਲਾ ਜਿਹੜਾ ਆਪਣਾ ਪ੍ਰੋਸੈਸ ਬਣੇਗਾ ਉਹ ਬਣੇਗਾ ਪ੍ਰੋਸੈਸ A ਅਕਾਊਂਟ। ਹੁਣ ਜਿਵੇਂ ਮੈਂ ਤੁਹਾਨੂੰ ਪਿੱਛੇ ਸਮਝਾਇਆ ਕਿ ਤੁਸੀਂ ਪ੍ਰੋਸੈਸ ਅਕਾਊਂਟ ਜਦੋਂ ਬਣਾਓਗੇ ਇੱਕ ਕਾਲਮ ਤਾਂ ਤੁਸੀਂ ਅਮਾਊਂਟ ਦਾ ਬਣਾਉਣਾ ਹੈ,
ਔਰ ਨਾਲ ਇੱਕ ਐਡੀਸ਼ਨਲ ਕਾਲਮ ਜਾਂ ਤਾਂ ਕੁਆਂਟੀਟੀ ਦਾ ਬਣਾ ਸਕਦੇ ਹੋ ਜਾਂ ਫਿਰ ਕਾਸਟ ਪਰ ਯੂਨਿਟ ਦਾ। ਜੇਕਰ ਕੁਐਸਚਨ ਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਕੀਤਾ ਉਹਨਾਂ ਨੇ ਤਾਂ ਤੁਸੀਂ ਉਹੀ ਨਾਲ ਕਾਲਮ ਬਣਾ ਕੇ ਚੱਲੋਗੇ, ਅਦਰਵਾਈਜ਼ ਤੁਹਾਡੀ ਮਰਜ਼ੀ ਹੈ ਕਿ ਤੁਸੀਂ ਜੇਕਰ ਕਾਸਟ ਪਰ ਯੂਨਿਟ ਬਣਾਉਣਾ ਹੈ, ਆਪਾਂ ਇੱਥੇ ਕਾਸਟ ਪਰ ਯੂਨਿਟ ਬਣਾ ਕੇ ਚੱਲਦੇ ਹਾਂ। ਦੇਖੋ ਕੁਐਸਚਨ ਨੇ ਆਪਾਂ ਨੂੰ ਕਿਹਾ ਸੀਗਾ ਕਿ ਫਿਨਿਸ਼ਡ ਜੋ ਯੂਨਿਟਸ ਨੇ, ਉਹ ਕਿੰਨੀਆਂ ਤਿਆਰ ਹੋਈਆਂ ਸੀ ਆਪਣੀਆਂ? 1000 ਯੂਨਿਟਸ ਤਿਆਰ ਹੋਈਆਂ ਸੀ। यानी फाइनली जो अपनी क्वांटिटी तैयार हुई सी वो 1000 यूनिट्स की हुई सी। तो देखो क्वेश्चन दे विच आपां की देखिया सी कि हर प्रोसैस का मटीरियल का खर्चा और वेजिस का खर्चा आपां नूं अलग तो मैंशन किया होया सी, लेकिन ओवरहेड का जो एक्सपेंस सी वो आपां नूं हर प्रोसैस का अलग तो नहीं दिता सी। उन्होंने टोटल ओवरहेड का एक्सपेंस जो सी वो आपां नूं दे रखिया सी 6000 रुपये। और क्वेश्चन ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਸੀ ਕਿ ਅਸੀਂ ਓਵਰਹੈਡ ਦੇ ਐਕਸਪੈਂਸ ਨੂੰ ਤਿੰਨੋਂ ਪ੍ਰੋਸੈਸ ਦੇ ਵਿੱਚ ਡਾਇਰੈਕਟ ਵੇਜਸ ਦੀ ਰੇਸ਼ੋ ਦੇ ਵਿੱਚ ਡਿਸਟ੍ਰੀਬਿਊਟ ਕਰ ਦਾਂਗੇ। ਤਾਂ ਪ੍ਰੋਸੈਸ A, ਪ੍ਰੋਸੈਸ B ਔਰ ਪ੍ਰੋਸੈਸ C ਦੇ ਵਿੱਚ ਜੋ ਆਪਣੀ ਡਾਇਰੈਕਟ ਵੇਜਸ ਸੀ, ਪ੍ਰੋਸੈਸ A ਦੇ ਵਿੱਚ 5000 ਰੁਪਏ ਦੀ ਵੇਜਸ ਸੀ, ਪ੍ਰੋਸੈਸ B ਦੇ ਵਿੱਚ 4000 ਦੀ ਵੇਜਸ ਸੀ ਔਰ ਪ੍ਰੋਸੈਸ C ਦੇ ਵਿੱਚ 3000 ਦੀ ਵੇਜਸ ਸੀ। यानी 5 4 3 ਦੀ ਰੇਸ਼ੋ ਦੇ ਵਿੱਚ ਆਪਾਂ ਓਵਰਹੈਡ ਦਾ ਜੋ 6000 ਰੁਪਏ ਦਾ ਖਰਚਾ ਹੈ ਉਹਨੂੰ ਵੰਡ ਦਾਂਗੇ ਔਰ ਹਰ ਪ੍ਰੋਸੈਸ ਦੇ ਵਿੱਚ ਜਿੰਨਾ ਵੀ ਉਸ ਓਵਰਹੈਡ ਦਾ ਪਾਰਟ ਆਏਗਾ ਉਹ ਆਪਾਂ ਚਾਰਜ ਕਰ ਲਾਂਗੇ। ਤਾਂ ਸਭ ਤੋਂ ਪਹਿਲਾਂ ਆਪਾਂ ਪ੍ਰੋਸੈਸ A ਅਕਾਊਂਟ ਬਣਾਉਂਦੇ ਆ। ਪ੍ਰੋਸੈਸ A ਦੇ ਵਿੱਚ ਦੇਖੋ ਕੁਐਸਚਨ ਦੇ ਵਿੱਚ ਉਸਨੇ ਆਪਾਂ ਨੂੰ ਦਿੱਤਾ ਸੀ ਕਿ ਪ੍ਰੋਸੈਸ ਨੰਬਰ A ਦੇ ਵਿੱਚ ਜੋ ਮਟੀਰੀਅਲ ਦਾ ਖਰਚਾ ਲੱਗਿਆ ਉਹ 1500 रुपये का लग्या, जो डायरैक्ट वेजिस लगी वो 5000 रुपये की लगी। लेकिन इस मटीरियल तो इलावा प्रोसैस ए दे विच उन्हें कहा सी कि रॉ मटीरियल भी आपां लगाया है अलग तो, जो कि 6000 रुपये का लगाया है। ओवरहेड का जो खर्चा है जिमें कि आप इत्थे रेशो बनाई है ए प्रोसैस दे विच अपने 5/12, तो ओवरहेड का जो खर्चा आप इत्थे पावांगे वो 6000 रुपये का 5/12वां हिस्सा पावांगे। यानी ये बनेगा अपना 2500 रुपये। तो इस तरीके नाल अपनी जो टोटल अमाउंट बनेगी प्रोसैस ए दे विच 15000 रुपये की बनेगी। और ये 15000 रुपये की जो लागत साड़ी लगी है प्रोसैस ए दे विच उसनूं आपां शिफ्ट कर देना है प्रोसैस नंबर B दे विच, प्रोसैस B अकाउंट दे विच, जिहदे वास्ते आपां प्रोसैस ए दे विच लिखांगे बाय प्रोसैस B अकाउंट। ये 15000 रुपये की जो लागत है इनू आप शिफ्ट कर देंगे प्रोसैस नंबर B दे विच। अच्छा, जदों प्रोसैस नंबर B दे विच आपां इसनूं शिफ्ट करांगे तो ओपोजिट साइड दे विच जाएगा ये। तो प्रोसैस नंबर B दे विच आपां सब तो पहला की लिखांगे टू प्रोसैस A अकाउंट 15000 रुपये की लागत। अच्छा, हुण इस तो इलावा आपां प्रोसैस नंबर ए दे विच कॉस्ट पर यूनिट का कॉलम भी बनाया सी, तो आपां कॉस्ट पर यूनिट भी नाल दे नाल इत्थे लिख सकते हैं। अपनी 1000 यूनिटां कंप्लीट बनिया सी तो 6000 नूं जेकर 1000 यूनिटां ते डिवाइड करिए तो कॉस्ट पर यूनिट बनेगी 6 रुपये। 1500 नूं जेकर 1000 ते डिवाइड करिए तो कॉस्ट पर यूनिट बनेगी 1 रुपये 50 पैसे। 5000 नूं जेकर 1000 यूनिटां ते डिवाइड करिए तो कॉस्ट पर यूनिट बनेगी 5 रुपये। और 2500 नूं जे 1000 ते डिवाइड करिए तो कॉस्ट पर यूनिट बनेगी 2 रुपये 50 पैसे। तो इस तरीके नाल अपनी जो कॉस्ट पर यूनिट बनेगी वो 15 रुपये टोटल बनेगी इस प्रोसैस तक। तो 15 रुपये की कॉस्ट पर यूनिट आपां अगले प्रोसैस B दे विच की करती, शिफ्ट करती। हुण जिवें कि क्वेश्चन दे विच आपां नूं दित्ता सी कि प्रोसैस नंबर B दे विच भी मटीरियल लग रहा 2600 रुपये का,
डायरैक्ट वेजिस लग रही है 4000 रुपए दी, और ओवरहेड का जो खर्चा आप चार्ज करना है प्रोसैस बी दे विच वो 4/12 की रेशो दे विच करना है। तो ओवरहेड का जो खर्चा है 6000 इंटू 4/12 की रेशो दे विच, जो कि बनेगा 2000 रुपये। यानी यदि जो टोटल कॉस्ट बनेगी वो बनेगी 23,600 रुपये। अच्छा, ये भी आप कॉस्ट पर यूनिट एज इट इज़ उमें निकालेंगे, 2600 ਨੂੰ 1000 यूनिटा से डिवाइड कर देंगे तो ₹2.60 पर यूनिट कॉस्ट आएगी। 4000 ਨੂੰ 1000 से डिवाइड करेंगे तो ₹4 पर यूनिट कॉस्ट आएगी, और 2000 ਨੂੰ डिवाइड करेंगे 1000 से तो ₹2 पर यूनिट कॉस्ट आएगी, जो कि टोटल बनी अपनी ₹23.60। हुण इसनूं आपां शिफ्ट करना है अगले प्रोसैस दे विच, प्रोसैस सी दे विच, प्रोसैस सी अकाउंट, जिहदे वास्ते आपां प्रोसैस बी दे विच लिखांगे बाय प्रोसैस सी अकाउंट, और 23,600 रुपये की टोटल कॉस्ट और ₹23.60 की कॉस्ट पर यूनिट। तो कॉस्ट पर यूनिट, और ये अमाउंट का कॉलम है, अमाउंट का कॉलम और कॉस्ट पर यूनिट। हुण इसनूं जदों आपां शिफ्ट करांगे अगले प्रोसैस दे विच, प्रोसैस सी दे विच, तो प्रोसैस सी च की लिखांगे टू प्रोसैस बी अकाउंट, कॉस्ट पर यूनिट ₹23.60 और अमाउंट 23,600 रुपये, कॉस्ट पर यूनिट और अमाउंट। हुण जिवें कि क्वेश्चन दे विच आपां नूं दित्ता है प्रोसैस नंबर सी दे विच अपना मटीरियल जो लग्या वो 2000 रुपये का, डायरैक्ट वेजिस जो लगी वो 3000 रुपये की, और जो ओवरहेड के खर्चे आपां एलोकेट करने हैं प्रोसैस नंबर सी ते वो करांगे 3/12 की रेशो दे विच। तो 6000 रुपये दा 3/12 की रेशो दे विच 1500 रुपये का खर्चा बनेगा। यदि भी कॉस्ट पर यूनिट एज इट इज़ उमें निकालेंगे, 1000 से डिवाइड करके ये बनेगी ₹2, ये बनेगी ₹3 और ₹1.50। तो ये टोटल कॉस्ट जी बनी वो बनी 30,100 रुपये, और कॉस्ट पर यूनिट जो टोटल बनी वो बनी ₹30.10। हुण देखो ये लास्ट प्रोसैस सी, इस तो बाद ये जो अपना रॉ मटीरियल सी वो फिनिश गुड्स दे विच कन्वर्ट हो गया। तो आपां इसनूं शिफ्ट कर देंगे फिनिश्ड स्टॉक अकाउंट दे विच। तो ₹30.10, टोटल लागत 30,100 रुपये। तो बेटा इस तरीके नाल आपां प्रोसैस अकाउंट कंप्लीट करांगे।